Dear student, good morning to all. Myself Jasveer Singh, and as you know that we are discussing about your history part, the lesson 9th, the early man, the Stone Age, mean Purantan Patthar Yug. Already we are discussing about the old Stone Age, middle Stone Age, discovery of fire, invention of wheels. Okay. And now we will discuss about the man as a artist. Student, this is the last lecture of this lesson. ਇਸ ਵਿੱਚ ਸਟੂਡੈਂਟ ਅਸੀਂ ਮੈਨ ਐਜ਼ ਆਰਟਿਸਟ ਦੀ ਗੱਲ ਕਰਾਂਗੇ। ਇਹ ਸਟੂਡੈਂਟ ਉਹ ਸਮਾਂ ਜਿਹੜਾ ਡਿਸਕਵਰੀ ਆਫ ਫਾਇਰ, ਡਿਸਕਵਰੀ ਆਫ ਵੀਲਸ ਤੋਂ ਪਹਿਲਾਂ ਦਾ ਸਮਾਂ ਸੀ। ਉਸ ਤੋਂ ਵੀ ਪਹਿਲਾਂ ਦਾ ਮਤਲਬ ਫਾਇਰ ਦੀ ਇਨਵੈਂਸ਼ਨ ਕਰਨ ਤੋਂ ਵੀ ਪਹਿਲਾਂ। ਓਕੇ, ਜੋ ਵੈਸਲਸ ਬਣਾਉਂਦਾ ਸੀ, ਲਾਈਕ ਮਿੱਟੀ ਦੇ ਬਰਤਨ ਬਣਾਉਂਦਾ ਸੀ, ਉਸ ਤੋਂ ਵੀ ਪਹਿਲਾਂ ਦੇ ਸਮੇਂ ਦੀ ਗੱਲ ਹੈ। ਮਚ ਬਿਫੋਰ ਮੈਨ ਲਰਨ ਟੂ ਗਰੋ ਐਂਡ ਕੁਕ ਫੂਡ ਔਰ ਮੇਕ ਵੈਸਲਸ, ਉਹ ਕਹਿੰਦਾ ਬਹੁਤ ਸਮਾਂ ਪਹਿਲਾਂ ਮਨੁੱਖ ਜਿਵੇਂ ਫਸਲਾਂ ਉਗਾਉਣੀਆਂ ਸਿੱਖ ਲਈਆਂ ਸੀ, ਠੀਕ ਆ, ਉਹਨੇ ਫੂਡ ਕੁੱਕ ਕਰਨਾ ਸਿੱਖ ਲਿਆ ਸੀ ਤੇ ਭਾਂਡੇ ਬਣਾਉਣੇ ਸਿੱਖ ਲਏ ਸੀ ਮਿੱਟੀ ਦੇ। ਉਸ ਤੋਂ ਵੀ ਪਹਿਲਾਂ ਦੀ ਗੱਲ ਕਰ ਰਿਹਾ ਉਹ। ਹੀ ਲਰਨ ਟੂ ਐਕਸਪ੍ਰੈਸ ਹਿਸ ਆਰਟਿਸਟਿਕ ਇਨਸਟੈਂਟ, ਉਸਨੇ ਜਿਹੜੀਆਂ ਆਪਣੀਆਂ ਫੀਲਿੰਗ ਸੀਗੀਆਂ, ਠੀਕ ਆ, ਉਸਨੇ ਜਿਹੜੀਆਂ ਆਪਣੀਆਂ ਇੰਟਰਨਲ ਫੀਲਿੰਗ ਸੀਗੀਆਂ ਉਸ ਨੂੰ ਕਲਾ ਦੇ ਥਰੂ ਐਕਸਪ੍ਰੈਸ ਕਰਨਾ ਸਿੱਖ ਲਿਆ ਸੀਗਾ, ਠੀਕ ਆ। ਬਾਈ ਡਰਾਇੰਗ ਦੀ ਫਿਗਰ ਔਨ ਦੀ ਵਾਲਸ ਆਫ ਕੇਵਸ ਰੌਕ ਸ਼ੈਲਟਰ ਵੇਅਰ ਹੀ ਲਿਵਡ, ਜਿੱਥੇ ਉਹ ਰਹਿੰਦਾ ਸੀਗਾ ਗੁਫਾਵਾਂ ਦੇ ਵਿੱਚ ਰਹਿੰਦਾ ਸੀ, ਠੀਕ ਆ, ਰੌਕਸ ਦੇ ਕੋਲ ਰਹਿੰਦਾ ਸੀਗਾ, ਉਹਨਾਂ ਦਾ ਮਤਲਬ ਸਹਾਰਾ ਲੈਂਦਾ ਸੀ, ਉਹ ਰੌਕਸ ਦੇ ਵਿੱਚ ਰਹਿੰਦਾ ਸੀਗਾ ਪਹਾੜੀਆਂ ਦੇ ਕੋਲ। ਤੇ ਉੱਥੇ ਉਹ ਕੀ ਸੀ, ਜੋ ਵੀ ਉਹਦੇ ਮਨ ਵਿੱਚ ਫੀਲਿੰਗ ਸੀਗੀ ਉਹਨੂੰ ਉਹਦੀਆਂ ਸਪੋਜ਼ ਆ ਵਾਲਸ ਲਿਖਿਆ ਹੋਇਆ, ਉਹਨੇ ਕੰਧਾਂ ਉੱਪਰ ਉਹਨੂੰ ਕ੍ਰੀਏਟ ਕਰਦਾ ਸੀ, ਮਤਲਬ ਲਿਖਦਾ ਸੀਗਾ, ਡਰਾਇੰਗ ਕਰਦਾ ਸੀਗਾ। ਓਕੇ, ਆਰਟਿਸਟਿਕ ਇਨਸਟੈਂਟ ਹੁੰਦੀ ਸਟੂਡੈਂਟ ਐਬਿਲਿਟੀ ਹੁੰਦੀ ਹੈ, ਇੱਕ ਕਲਾਤਮਿਕ ਯੋਗਤਾ ਬੋਲਿਆ ਜਾਂਦਾ। Done. This was perhaps the first interior decoration in the world. ਇਹਨੂੰ ਅਸੀਂ ਕੀ ਮੰਨ ਸਕਦੇ ਹਾਂ? ਇੰਟੀਰੀਅਰ ਡੈਕੋਰੇਸ਼ਨ ਹੁੰਦੀ ਹੈ ਜਿਹੜੀ ਆਪਣੇ ਘਰ ਦੇ ਅੰਦਰ ਆਪਾਂ ਡੈਕੋਰੇਟ ਕਰਦੇ ਹਾਂ, ਠੀਕ ਆ, ਅੰਦਰੂਨੀ ਡੈਕੋਰੇਸ਼ਨ ਹੁੰਦੀ ਹੈ। ਉਹ ਜਿੱਥੇ ਰਹਿ ਰਿਹਾ ਸੀ ਉਹ ਉਸਦੀ ਡੈਕੋਰੇਸ਼ਨ ਕੀਤੀ ਸੀ ਉਸਨੇ ਆਪਣੀ, ਮਤਲਬ ਸਪੋਜ਼ ਉਹ ਇੱਕ ਗੁਫਾ ਦੇ ਵਿੱਚ ਰਹਿ ਰਿਹਾ, ਕੇਵਸ ਦੇ ਵਿੱਚ ਰਹਿ ਰਿਹਾ, ਠੀਕ ਆ, ਉਹ ਕੀ ਆ, ਉਹਨੇ ਪੇਂਟਿੰਗ ਕਰਕੇ ਉਹਨਾਂ ਦੀਆਂ ਵਾਲਸ ਦੇ ਉੱਪਰ ਪੇਂਟਿੰਗ ਕਰਕੇ ਉਹਨੂੰ ਆਪਣੇ ਜਿੱਥੇ ਉਹ ਰਹਿ ਰਿਹਾ ਸੀ ਉਹਨੂੰ ਡੈਕੋਰੇਟ ਕੀਤਾ ਸੀ। ਇਹਨੂੰ ਕੀ ਕਿਹਾ ਉਹਨਾਂ ਨੇ? ਇੰਟੀਰੀਅਰ ਡੈਕੋਰੇਸ਼ਨ। ਇੰਟੀਰੀਅਰ ਡੈਕੋਰੇਸ਼ਨ ਦਾ ਮਤਲਬ ਸਟੂਡੈਂਟ ਇਹ ਹੁੰਦਾ ਘਰ ਦੀ ਸਜਾਵਟ, ਠੀਕ ਆ। ਦਿਸ ਇਜ਼ ਦੀ ਫਸਟ ਇੰਟੀਰੀਅਰ ਡੈਕੋਰੇਸ਼ਨ ਇਨ ਦੀ ਵਰਲਡ। ਅੰਡਰਸਟੂਡ? ਨਾਓ ਹੀ ਡਰੂ ਦੀ ਫਿਗਰ ਆਫ ਐਨੀਮਲਸ। ਉਹ ਕੀ ਡਰਾ ਕਰਦਾ ਸੀਗਾ? ਐਨੀਮਲਸ ਦੀਆਂ ਤਸਵੀਰਾਂ ਬਣਾਉਂਦਾ ਸੀਗਾ, ਫਿਗਰ ਬਣਾਉਂਦਾ ਸੀਗਾ। ਓਕੇ, human being and hunting scenes with the help of pigments and pointed stones. Student ਉਹ ਕੀ ਕਰਦਾ ਸੀਗਾ ਜਿਹੜਾ ਉਸਨੇ ਮਤਲਬ ਹੰਟ ਕਰਨਾ ਹੁੰਦਾ ਸੀ। You can see this pic. You can see this pic. This is the hippo. Suppose ਉਹਨੇ ਇਸ ਨੂੰ ਹੰਟ ਕਰਨਾ, ਹਿੱਪੋ ਨੂੰ, ਉਹ ਪਹਿਲਾਂ ਹੀ ਵਾਲਸ ਦੇ ਉੱਪਰ ਡਰਾ ਕਰਦਾ ਸੀ, ਪੇਂਟਿੰਗ ਡਰਾ ਕਰਦਾ ਸੀ, ਹਿੱਪੋ ਦੀ ਪੇਂਟਿੰਗ ਡਰਾ ਕਰਕੇ ਆਪਣੇ ਆਪ ਨੂੰ ਉਹਦੇ ਰਾਉਂਡ ਕ੍ਰੀਏਟ ਕਰਦਾ ਸੀਗਾ, ਉਹਦੀ ਪਿਕਚਰ, ਆਪਣੀ ਪਿਕਚਰ ਬਣਾਉਂਦਾ ਸੀਗਾ ਕਿਸ ਤਰ੍ਹਾਂ ਉਸ ਨੂੰ ਅਸੀਂ ਹੰਟ ਕਰ ਸਕਦੇ ਹਾਂ ਈਜ਼ੀਲੀ। ਕੋਈ ਵੀ, ਨਾਟ ਓਨਲੀ ਹਿੱਪੋ, ਕੋਈ ਵੀ ਐਨੀ ਡੇਂਜਰਸ ਐਨੀਮਲ। ਡਨ। ਉਹ ਕੀ ਯੂਜ਼ ਕਰਦਾ ਸੀ ਸਟੂਡੈਂਟ? ਹੈਲਪ ਆਫ ਪਿਗਮੈਂਟਸ, ਸਟੂਡੈਂਟ ਦਾ ਕੰਬੀਨੇਸ਼ਨ ਆਫ ਸਮ ਕਲਰਸ, ਠੀਕ ਆ, ਐਂਡ ਸਮ ਸਟੋਨਸ। ਮੈਨੀ ਟਾਈਮਸ ਦੇ ਆਰ ਓਨਲੀ ਲਾਈਨ ਡਰਾਇੰਗ। ਬਹੁਤ ਸਮਾਂ ਤਾਂ ਉਹਨੇ ਇਕੱਲੀ ਇੱਕ ਲਾਈਨ ਹੀ ਦਿਸੀ, ਮਤਲਬ ਮਿਲਦੀ ਹੈਗੀ, ਉਹਨਾਂ ਦੀ ਡਰਾਇੰਗ ਕਰਦਾ ਸੀਗਾ, ਸਿੰਪਲ ਸੀਗੀ ਟੋਟਲੀ, ਉਹਦੇ ਵਿੱਚ ਕੋਈ ਮਤਲਬ ਆਪਾਂ ਕਹਿ ਸਕਦੇ ਕਲਾ ਨਹੀਂ ਸੀਗੀ। ਬਟ ਸਮ ਇਨ ਕੇਸਿਸ ਸਮ ਕਲਰਡ ਪਿਗਮੈਂਟਸ ਆਰ ਆਲਸੋ ਯੂਜ਼ਡ ਟੂ ਫਿਲ ਦੀ ਫਿਗਰ। ਜਿਹੜੀ ਸਟੂਡੈਂਟ ਜਿਹੜੀ ਫਸਟ ਆਫ ਆਲ ਆਪਾਂ ਨੂੰ ਮਿਲੀ ਹੈਗੀ ਹੈ, ਜਿਹੜੀ ਪੇਂਟਿੰਗ ਮਿਲੀ ਹੈਗੀ ਆ, ਉਹ ਮਤਲਬ ਉਸ ਦੇ ਉੱਪਰ ਕਲਰ ਨਹੀਂ ਸੀਗਾ ਕੋਈ। ਬਾਅਦ ਵਿੱਚ ਹੌਲੀ ਹੌਲੀ ਕਲਰਡ ਪਿਗਮੈਂਟਸ, ਕੁਝ ਕਲਰ ਜਿਹੜੇ ਪਿਗਮੈਂਟਸ ਹੁੰਦਾ, ਕਲਰਸ ਦਾ ਕੰਬੀਨੇਸ਼ਨ ਹੁੰਦਾ, ਠੀਕ ਆ, ਕੁਝ ਉਹਨੇ ਕਲਰ ਯੂਜ਼ ਕਰਨੇ ਸ਼ੁਰੂ ਕਰ ਦਿੱਤੇ ਆਪਣੀ ਪੇਂਟਿੰਗ ਦੇ ਵਿੱਚ। These rock drawing have been discovered at several places in India.
ਜਿਹੜੀ ਇਹ ਆਪਾਂ ਨੂੰ ਰੌਕ ਡਰਾਇੰਗ ਮਿਲੀ ਹੈਗੀ ਆ ਇੰਡੀਆ ਦੇ ਵਿੱਚ ਮਿਲੀ ਹੈਗੀ ਆ, ਠੀਕ ਆ, ਕਈਆਂ ਥਾਵਾਂ ਦੇ ਉੱਪਰ, ਓਕੇ, ਐਂਡ ਅਦਰ ਪਾਰਟਸ ਆਫ ਦੀ ਵਰਲਡ, ਤੇ ਸੰਸਾਰ ਵਿੱਚ ਵੀ ਇਹ ਸਾਰੀ ਆਪਾਂ ਨੂੰ ਰੌਕ ਡਰਾਇੰਗ ਆਪਣੇ ਇੰਡੀਆ ਦੇ ਕੁਝ ਪਾਰਟ ਦੇ ਵਿੱਚ ਤੇ ਆਪਣੇ ਵਰਲਡ ਦੇ ਪਾਰਟ ਦੇ ਵਿੱਚ ਆਪਾਂ ਨੂੰ ਮਿਲੀ ਹੈਗੀ ਹੈ, ਠੀਕ ਆ। ਵਨ ਸੱਚ ਪਲੇਸ ਇਨ ਇੰਡੀਆ, ਜੇ ਅਸੀਂ ਆਪਣੇ ਇੰਡੀਆ ਦੀ ਗੱਲ ਕਰਦੇ ਹਾਂ, ਭੀਮ ਬੈਠਿਕਾ ਸਟੂਡੈਂਟ ਪਲੇਸ ਦਾ ਨਾਮ ਹੈਗਾ ਨੀਅਰ ਭੋਪਾਲ, ਜੋ ਕਿ ਭੋਪਾਲ ਦੇ ਕੋਲ ਆ, ਓਕੇ, MP ਮੱਧ ਪ੍ਰਦੇਸ਼। ਜਿਹੜੀਆਂ ਸਟੂਡੈਂਟ ਯੂ ਕੈਨ ਸੀ ਦਿਸ ਪਿਕ, ਜਿਹੜੀਆਂ ਪਿਕਸ ਤੁਸੀਂ ਦੇਖ ਰਹੇ ਹੋ ਇਹ ਕੀ ਆ, MP ਦੇ ਵਿੱਚ ਮਿਲਣਾ ਹੈਗਾ, ਮੱਧ ਪ੍ਰਦੇਸ਼ ਦੇ ਵਿੱਚ ਭੀਮ ਬੈਠਿਕਾ ਦੇ ਵਿੱਚ, ਓਕੇ। You can see this pic and see this pic. This is maybe dancing, and this is pre-planning of hunting the dangerous animal. Okay. देखो स्टूडेंट किस तरह ਉਹਦੀ ਬਿਲਟੀ ਹੋਈ, ਸੋਚਣ ਦੀ ਬਿਲਟੀ ਸਟਾਰਟ ਕੀਤੀ ਹੈ। ਸਭ ਤੋਂ ਪਹਿਲਾਂ ਉਹਨੇ ਸੋਚਣਾ ਸ਼ੁਰੂ ਕੀਤਾ, ਮਨ ਦੇ ਵਿੱਚ ਜੋ ਫੀਲ ਹੁੰਦਾ ਸੀ ਉਹਨੂੰ, ਆਪਣੇ ਫੀਲ ਨੂੰ ਉਹ ਪੇਂਟਿੰਗ ਦੇ ਥਰੂ ਐਕਸਪ੍ਰੈਸ ਕਰਦਾ ਸੀਗਾ। ਡਨ। Beside these paintings, ਇਸ paintings ਤੋਂ ਇਲਾਵਾ ਕੀ ਸੀਗਾ, the man also learned to make the beads of various semi-precious stones. beads ਹੁੰਦੇ ਸਟੂਡੈਂਟ ਮਣਕੇ, ਠੀਕ ਆ। ਇਸ ਤੋਂ ਇਲਾਵਾ ਜੇ ਮਨੁੱਖ ਨੇ ਕੀ ਕੀਤਾ ਸੀਗਾ, ਉਸਨੇ ਸੈਮੀ ਪ੍ਰੀਸੀਅਸ ਸਟੋਨਸ ਹੁੰਦੇ ਆ, ਬਹੁਤ ਜ਼ਿਆਦਾ ਕੀਮਤੀ ਪੱਥਰ, ਜਿਹੜੇ ਕੀਮਤੀ ਪੱਥਰ ਸੀਗੇ ਉਹਨਾਂ ਦੇ ਮਣਕੇ ਬਣਾਉਣੇ ਸ਼ੁਰੂ ਕਰ ਦਿੱਤੇ ਸੀ। ਹੋਰ ਕੀ ਮਟੀਰੀਅਲ ਯੂਜ਼ ਕਰਦੇ, ਟੈਰਾਕੋਟਾ ਸਟੂਡੈਂਟ ਚੀਕਣੀ ਮਿੱਟੀ ਜਿਹੜੀ ਠੋਸ ਹੁੰਦੀ ਆ, ਆਈਵਰੀ ਹੁੰਦੇ ਸਟੂਡੈਂਟ ਟੀਥ ਆਫ ਐਲੀਫੈਂਟ, ਮਤਲਬ ਹਾਥੀ ਦੇ ਦੰਦ। ਕੀ ਯੂਜ਼ ਕਰਦਾ ਸੀ ਉਹ ਮਣਕੇ ਬਣਾਉਣ ਲਈ, ਵੈਰੀਜ਼ ਸੈਮੀ ਪ੍ਰੀਸੀਅਸ ਸਟੋਨਸ ਯੂਜ਼ ਕੀਤੇ ਆ ਉਹਨੇ, ਕੀਮਤੀ ਪੱਥਰ, ਟੈਰਾਕੋਟਾ ਐਂਡ ਆਈਵਰੀ ਫॉर ਮੇਕ ਬਿਡਸ, ਐਂਡ ਯੂਜ਼ਡ them as jewelry. ਉਹ ਉਸ ਨੂੰ ਜੁਐਲਰੀ ਦੇ ਰੂਪ ਵਿੱਚ ਯੂਜ਼ ਕਰਦਾ ਸੀਗਾ। ਆਪਾਂ ਇਹ ਕਹਿ ਸਕਦੇ ਹਾਂ ਜਿਹੜੇ ਆਪਾਂ ਨੂੰ ਸਾਈਨ ਮਿਲੇ ਹੈਗੇ ਆ, ਜੋ ਬਿਡਸ ਮਿਲੇ ਆ, ਹਨਾ, ਮਣਕੇ ਮਿਲੇ ਹੈਗੇ ਆ, ਇਹ ਮਤਲਬ ਸ਼ੁਰੂਆਤ ਸੀਗੀ ਗਹਿਣਿਆਂ ਦੀ, ਜੁਐਲਰੀ ਦੀ, ਠੀਕ ਆ। ਯੂ ਕੈਨ ਕਾਲ ਇਟ ਬਿਗਿਨਿੰਗ ਆਫ ਫੈਸ਼ਨ, ਜਾਂ ਅਸੀਂ ਕੀ ਕਹਿ ਸਕਦੇ ਹਾਂ ਇਹ ਇੱਕ ਫੈਸ਼ਨ ਦੀ ਸ਼ੁਰੂਆਤ ਸੀ, ਠੀਕ ਆ। ਯੂ ਨੋ ਦੈਟ ਅਸੀਂ ਅੱਜ ਕੱਲ੍ਹ ਵੀ ਮਤਲਬ ਜੁਐਲਰੀ ਯੂਜ਼ ਕਰਦੇ ਹਾਂ, ਗਹਿਣੇ ਪਹਿਨਦੇ ਹੈਗੇ ਆ, ਓਕੇ, ਬਟ ਇਸ ਦੀ ਜਿਹੜੀ ਸ਼ੁਰੂਆਤ ਹੋਈ ਹੈ ਬਹੁਤ ਜ਼ਿਆਦਾ ਪੁਰਾਣਾ ਸਮਾਂ ਪਹਿਲਾਂ ਹੀ ਹੋ ਚੁੱਕੀ ਸੀ। ਡਨ। ਇੰਨਾ ਫਰਕ ਜ਼ਰੂਰ ਸੀਗਾ, ਉਦੋਂ 골ਡ ਯੂਜ਼ ਨਹੀਂ ਸੀ ਹੋਇਆ, ਓਕੇ। ਜਿਹੜੀ ਉਹ ਜੁਐਲਰੀ ਸੀਗੀ ਉਹ ਸਟੋਨਸ ਦੀ ਬਣੀ ਹੁੰਦੀ ਸੀਗੀ, ਓਕੇ, ਟੈਰਾਕੋਟਾ ਦੀ ਬਣੀ ਹੁੰਦੀ ਸੀ, ਆਈਵਰੋ ਦੀ ਬਣੀ ਹੁੰਦੀ ਸੀਗੀ, ਓਕੇ। ਯੂ ਕੈਨ ਕਾਲ ਇਟ ਦੀ ਬਿਗਿਨਿੰਗ ਆਫ ਫੈਸ਼ਨ। ਸੋ ਇਹ ਇੱਕ ਫੈਸ਼ਨ ਦੀ ਸ਼ੁਰੂਆਤ ਸੀਗੀ। That was also due to artistic instinct of the man. ਇਹ ਇੱਕ ਕਲਾਤਮਿਕ ਮਤਲਬ ਜਿਹੜੀ ਅਬਿਲਿਟੀ ਹੁੰਦੀ ਆ ਕੁਝ ਵੀ ਕ੍ਰੀਏਟ ਕਰਨ ਦੀ, ਉਹਦੀ ਵੀ ਇੱਕ ਸ਼ੁਰੂਆਤ ਸੀ, ਠੀਕ ਆ। By this time the civilized of life had come into existence. ਸੋ ਹੌਲੀ ਹੌਲੀ ਇਸ ਤਰ੍ਹਾਂ ਜਿਹੜੀ ਮਨੁੱਖੀ ਸੱਭਿਅਤਾ ਜਿਹੜੀ ਸੀਗੀ ਉਹ ਹੋਂਦ ਵਿੱਚ ਆਇਆ। ਪਰ ਦੇਖੋ ਤੁਸੀਂ ਕਿਸ ਤਰ੍ਹਾਂ ਪੁਰਾਣੇ ਸਮੇਂ ਤੋਂ ਲੈ ਕੇ ਹੁਣ ਤੱਕ ਮਨੁੱਖ ਨੇ ਕਿੰਨੀ ਜ਼ਿਆਦਾ ਮਤਲਬ ਡਿਵੈਲਪਮੈਂਟ ਕੀਤੀ ਹੈਗੀ ਆ, ਤਰੱਕੀ ਕੀਤੀ ਹੈਗੀ ਆ, ਠੀਕ ਆ। ਬਟ ਉਹਦੀ ਸ਼ੁਰੂਆਤ ਬਹੁਤ ਜ਼ਿਆਦਾ ਪੁਰਾਣੇ ਸਮੇਂ ਦੀ ਮੰਨੀ ਜਾਂਦੀ ਆ, ਓਕੇ। ਨਾਓ ਸਟੂਡੈਂਟ ਪੁਆਇੰਟ ਟੂ ਰਿਮੈਂਬਰ, ਦਿਸ ਇਜ਼ ਦੀ ਕਨਕਲੂਜਨ ਆਫ ਆਵਰ ਲੈਸਨ। ਸਾਡੇ ਸਾਰੇ ਚੈਪਟਰ ਦਾ ਸਟੂਡੈਂਟ ਕਨਕਲੂਜਨ ਆ ਇਹ, ਬਹੁਤ ਹੀ ਮੋਸਟ ਇੰਪੋਰਟੈਂਟ ਪੁਆਇੰਟਸ ਆ, ਪਲੀਜ਼ ਲਿਸਨ ਕੇਅਰਫੁਲੀ। Early man was not much different from other animals. ਆਪਾਂ ਆਲਰੇਡੀ ਸਟੱਡੀ ਕਰ ਚੁੱਕੇ, ਜਿਹੜਾ ਪੁਰਾਣਾ ਮਨੁੱਖ ਸੀਗਾ ਉਹ ਐਨੀਮਲਸ ਤੋਂ ਕੁਝ ਵੱਖਰਾ ਨਹੀਂ ਸੀਗਾ, ਉਹ ਜਾਨਵਰਾਂ ਦੀ ਤਰ੍ਹਾਂ ਹੀ ਰਹਿੰਦਾ ਸੀ, ਓਕੇ। ਹੀ ਮੂਵਡ ਫਰੋਮ ਵਨ ਪਲੇਸ ਟੂ ਅਨਦਰ ਪਲੇਸ ਇਨ ਸਰਚ ਆਫ ਫੂਡ। ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਨੰਗਾ ਘੁੰਮਦਾ ਰਹਿੰਦਾ ਸੀਗਾ, ਓਕੇ, ਉਹਨੂੰ ਇੱਧਰ ਉੱਧਰ ਫਿਰਦਾ ਰਹਿੰਦਾ ਸੀਗਾ। ਹੀ ਯੂਜ਼ਡ ਕਰੂਡ ਸਟੋਨਸ ਐਪਲੀਮੈਂਟ ਐਂਡ ਦਿਸ ਪੀਰੀਅਡ ਆਫ ਮੈਨ ਹਿਸਟਰੀ ਨੋਨ ਐਜ਼ ਦੀ ਓਲਡ ਸਟੋਨ ਏਜ। ਆਪਾਂ ਓਲਡ ਸਟੋਨ ਏਜ ਕਿਹਨੂੰ ਕਵਾਂਗੇ, ਠੀਕ ਆ। ਉਹ ਕਿ ਜਾਨਵਰਾਂ ਦੇ ਵਾਂਗ ਦਿਸਦਾ ਸੀ, not much difference from other animals, and moved one place to another place for search food. He used the crude stone implement. Crude stone implement ਹੁੰਦੇ ਸਟੂਡੈਂਟ ਜੇ ਜਿਨ੍ਹਾਂ ਦੇ ਪ੍ਰੋਪਰ ਸ਼ੇਪ ਨਹੀਂ ਹੁੰਦੀ,
ਕੋਈ ਵੀ ਪੱਥਰ ਆ ਦੇਖੋ ਆ ਤਾਂ ਪ੍ਰੋਪਰ ਸ਼ੇਪ ਬਣ ਗਈ ਨਾ, ਦੈਟ ਇਜ਼ ਨੋ ਐਨੀ ਪ੍ਰੋਪਰ ਸ਼ੇਪ, ਕਰੋੜਪਤੀ ਸ਼ਕਲ ਦੀ ਆਪਾਂ ਕਹਿ ਸਕਦੇ ਹਾਂ। ਸਟੋਨ ਇੰਪਲੀਮੈਂਟ ਯੂਜ਼ ਕਰਦਾ ਸੀਗਾ, ਸੋ ਇਹਨੂੰ 올ਡ ਸਟੋਨੇਜ ਬੋਲਿਆ ਜਾਂਦਾ ਹੈ, ਜੋ ਅਸੀਂ ਆਲਰੇਡੀ ਸਟੱਡੀ ਕਰ ਚੁੱਕੇ ਹਾਂ। ਦੀ ਮੈਨ ਸੈਕੰਡ ਕੀ ਆ, ਮੈਨ ਲਰਨ ਮੇਕਿੰਗ ਸਟੋਨਸ ਵੈਪਨਸ ਐਂਡ ਪਲੇਸ ਆਫ ਕਰੂਡ ਪਾਈਸ ਆਫ ਬ੍ਰੋਕਨ ਸਟੋਨਸ ਐਂਡ ਦੀ ਮਿਡਲ ਸਟੋਨੇਜ। ਹੌਲੀ ਹੌਲੀ ਕੀ ਆ, ਮਿਡਲ ਸਟੋਨੇਜ ਦੇ ਵਿੱਚ ਸਟੂਡੈਂਟ ਉਹਨੇ ਆਪਣੇ ਜਿਹੜੇ ਇੰਪਲੀਮੈਂਟ ਸੀਗੇ, ਵੈਪਨ ਸੀਗੇ, ਉਹਨਾਂ ਵਿੱਚ ਇੰਪਰੂਵਮੈਂਟ ਲੈ ਕੇ ਆਂਦੀ। ਠੀਕ ਆ, ਉਹ ਲਾਈਟ ਸੀਗੇ, ਹਲਕੇ ਸੀਗੇ ਪਹਿਲਾਂ ਵਾਲਿਆਂ ਨਾਲ, ਛੋਟੇ ਪਾਈਸਿਸ ਦੇ ਰੂਪ ਵਿੱਚ ਸੀਗੇ। ਠੀਕ ਆ, ਮੈਨ ਲਰਨਡ ਹਾਊ ਟੂ ਲਿਟ ਫਾਇਰ ਐਂਡ ਕੁਕਿੰਗ ਆਫ ਫੂਡ। ਅਸੀਂ ਇਹ ਵੀ ਪੜ੍ਹਿਆ ਕਿ ਮਨੁੱਖ ਨੇ ਕਿਸ ਤਰ੍ਹਾਂ ਖੋਜ ਫਾਇਰ ਔਰ ਡਿਸਕਵਰੀ ਆਫ ਫਾਇਰ, ਮਤਲਬ ਅੱਗ ਦੀ ਖੋਜ ਕੀਤੀ ਹੈਗੀ ਆ, ਹਨਾ। ਉਸ ਨੂੰ ਕਿੱਦਾਂ ਪਤਾ ਲੱਗਾ ਕਿ ਅਸੀਂ ਅੱਗ ਬਾਲ ਸਕਦੇ ਹਾਂ। ਫਿਰ ਉਸਨੇ ਫੂਡ ਨੂੰ ਕੁੱਕ ਕਰਨਾ ਸ਼ੁਰੂ ਕਰ ਦਿੱਤਾ, ਮਤਲਬ ਪਕਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਉਹ ਕੱਚਾ ਮਾਸ ਹੀ ਖਾਂਦਾ ਸੀਗਾ ਜਾਂ ਕੱਚਾ ਭੋਜ ਨਹੀਂ ਖਾਂਦਾ ਸੀਗਾ। ਅਰਲੀ ਮੈਨ ਸਟਾਰਟਡ ਟੂ ਡਰਾਇੰਗ ਡਿਜ਼ਾਈਨਿੰਗ ਇਨ ਦੀ ਕੇਵਸ। ਇਸ ਤੋਂ ਇਲਾਵਾ ਜਿਹੜਾ ਪੁਰਾਣਾ ਮਨੁੱਖ ਸੀਗਾ, ਉਹਨੇ ਜਿਹੜੀ ਆਪਣੀ ਡਰਾਇੰਗ ਮਤਲਬ ਉੱਥੋਂ ਹੀ ਸ਼ੁਰੂਆਤ ਕੀਤੀ ਸੀਗੀ। ਠੀਕ ਆ, ਜਿਹੜੀ ਕਿ ਸਾਨੂੰ ਗੁਫਾਵਾਂ ਦੇ ਵਿੱਚ ਮਿਲੀ ਹੈ। ਗੁਫਾਵਾਂ ਤੋਂ ਸਾਨੂੰ ਕੁਝ ਸਾਇੰਸ ਮਿਲੇ ਹੈਗੇ ਆ, ਜਿਸ ਤੋਂ ਇਹ ਸ਼ੋਅ ਹੋਇਆ ਕਿ ਮਨੁੱਖ, ਪੁਰਾਣਾ ਮਨੁੱਖ, ਇੱਕ ਜੋ ਵੀ ਐਬਿਲਿਟੀਜ਼ ਜੋ ਉਸਦੇ ਮਾਈਂਡ ਵਿੱਚ ਆਉਂਦਾ ਸੀਗਾ, ਉਹ ਆਪਣੀਆਂ ਫੀਲਿੰਗਸ ਨੂੰ ਡਰਾਇੰਗ ਦੇ ਰੂਪ ਵਿੱਚ ਪ੍ਰੈਜ਼ੈਂਟ ਕਰਦਾ ਸੀਗਾ। ਡਨ। ਦੀ ਲਾਈਫ ਆਫ ਮੈਨ ਚੇਂਜਡ ਵਿਦ ਦੀ ਡਿਸਕਵਰੀ ਆਫ ਵੀਲ ਐਂਡ ਐਗਰੀਕਲਚਰ। ਜਿਹੜੀ ਮਨੁੱਖੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਅ ਸੀ ਕਦੋਂ ਦੇਖਿਆ, ਜਦੋਂ ਉਸਨੇ ਅੱਗ ਦੀ ਖੋਜ ਕਰ ਲਈ। ਠੀਕ ਆ, ਇਟ ਇਜ਼ ਬੇਸਿਕਲੀ ਦੈਟ ਉਹਨਾਂ ਦੀ ਜਿਹੜੀ ਲਾਈਫ ਸੀਗੀ ਬਹੁਤ ਜ਼ਿਆਦਾ ਈਜ਼ੀ ਹੋ ਗਈ, ਹਨਾ। ਅੱਗ ਦੀ ਖੋਜ ਕਰ ਲਈ, ਡਿਸਕਵਰੀ ਆਫ ਵੀਲਸ ਦੀ ਕਰ ਲਈ, ਓਕੇ। ਐਗਰੀਕਲਚਰ ਆ ਗਿਆ, ਉਸਨੇ ਫੂਡ ਉਗਾਉਣਾ ਸ਼ੁਰੂ ਕਰ ਦਿੱਤਾ, ਜਿਹੜਾ ਇੱਧਰ ਉੱਧਰ ਘੁੰਮਦਾ ਸੀ ਉਹਨੂੰ ਘੁੰਮਣਾ ਬੰਦ ਕਰ ਦਿੱਤਾ। ਠੀਕ ਆ, ਵੀਲਸ ਉਹਨੂੰ ਟਰਾਂਸਪੋਰਟ ਲਈ ਬਹੁਤ ਜ਼ਿਆਦਾ ਹੈਲਪਫੁਲ ਹੋਇਆ। ਕਿਸੇ ਚੀਜ਼ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲਿਜਾਣਾ ਉਹਨੂੰ ਬਹੁਤ ਜ਼ਿਆਦਾ ਈਜ਼ੀ ਹੋ ਗਿਆ ਸੀਗਾ। ਠੀਕ ਆ, ਇਹ ਸ਼ੁਰੂਆਤ ਸੀ ਮਨੁੱਖ ਦੀ। ਠੀਕ ਆ ਨਾ। ਸੋ ਲਾਸਟ ਸਟੂਡੈਂਟ ਅਸੀਂ ਇਸ ਚੈਪਟਰ ਦੇ ਵਿੱਚ 올ਡ ਸਟੋਨੇਜ ਬਾਰੇ ਸਟੱਡੀ ਕੀਤਾ ਹੈਗਾ। ਸੋ ਤੁਹਾਡਾ ਹੁਣ ਇਹ ਚੈਪਟਰ ਸੀ, ਇਹ ਕਲੋਜ਼ ਹੋ ਜਾਂਦਾ ਹੈਗਾ। ਨੈਕਸਟ ਟਾਈਮ ਆਪਾਂ ਨੈਕਸਟ ਚੈਪਟਰ ਸਟਾਰਟ ਕਰਾਂਗੇ। ਓਕੇ ਸਟੂਡੈਂਟ, ਫॉर वाचिंग माय वीडियो, थैंक्स फॉर ऑल।